किसान के धरने विच लगातार ही काफिला जो वधदा जा रहा है तो लगातार ही इस चीज़ उत्ते हुण ਜਿਹੜੀ ਸਰਕਾਰਾਂ ਨੇ सोचणगियां कि नहीं सोचणगियां नाले दूसरे पासे मीटिंग भी चलती आ रही है। साडे कुछ दिल्ली तो साथी आए ने पैनल कोल जाणांगे कि जे सरकार बिल वापस नहीं लेगी तो आने वाले समय में की होएगा। दूसरे पासे जे किसान इत्थे बैठणगे कि अपनी हैंकड़बाजी छड्डेगी मोदी सरकार, क्योंकि मोदी सरकार ने जिन्ने भी बिल हुण तक लए ने वापस नहीं होए। ये साडे नाल आए ने दिल्ली तो, ये भी कह रहे हैं कि असीं दिल्ली तो ते असीं किसानां दे नाल आ, किसानों के नाल हर एक वर्ग इत्थे आ गया। पर कुछ लालची मीडिया ते कुछ बॉलीवुड के इहो जिहे स्टार ने जो हुण भी ट्वीट ते सही भाषा का इस्तेमाल नहीं कर रहे। सानू नौजवान दिल्ली दे, मैं पहला सवाल ये है कि तुसीं दिल्ली तो चल के इत्थे आ गए हो, जो इत्थे ही खालिस्तान बारे जिक्र हुंदा गोदी मीडिया का, कहता कि खालिस्तान के लोग ने, हुण तुसीं दिल्ली तो आए हो कि दिल्ली भी खालिस्तान बन गया। यार किहो जिहियां गल्लां कर रहे कि सानू पता है कि पिछले 2 महीनों तो पंजाब 'ਚ एक चीज़ चल रही है। जे पंजाब 'ਚ ही गल खत्म हो जाती तो अज दिल्ली आने की लोड़ ही नहीं पैंदी, तो फिर खालिस्तान का मुद्दा कित्थों उठदा। हुण अज मेरे नाल मनीष चौधरी जी जाट ने, गोदी मीडिया ने यही की तकलीफ है जो ये धरने नूं वो 2 फाड़कां ते तुली हुई है, एक अलग छवि दिखा रहा है। ये मीडिया नूं तकलीफ की हो रही है? मोदी का मीडिया विकिया होया मीडिया हैगा ते गोदी मीडिया हुण जे आज तक वाले इत्थे कहण ते इत्थे एक ही इत्थे दा जी लखां दे बंदे च हरियाणा हिमाचल उत्तराखंड सारे इकट्ठे होके धरना ला रहे ने, ते फिर तो मोदी हिल गया। ਤੇ ਉਹਨਾਂ ਨੇ ਤਾਂ ਦੱਸਣਾ ਹੀ ਹੈ ਨਾ ਕਿ ਇੱਥੇ ਖਾਲਿਸਤਾਨੀ ਹੈਗੇ ਹੈ, ਤੇ ਉਹ ਤਾਂ ਕਹਿਣਗੇ ਕਿਉਂਕਿ ਉਹਨਾਂ ਦੀ ਤਕਲੀਫ ਹੋ ਰਹੀ ਹੈ। ਅੱਜ ਹਰ ਇੱਕ ਬੰਦਾ ਇੱਥੇ ਆ ਵੇਖੋ, ਉੱਥੇ ਮੁਸਲਮਾਨਾਂ ਨੇ ਲੰਗਰ ਲਾਇਆ ਸਾਡੇ ਪਿੱਛੇ, ਤੇ ਇੱਥੇ ਹਰਿਆਣਾ ਸਾਰਾ ਨਿਕਲ ਕੇ ਬਾਹਰ ਆ ਕੇ ਬੈਠਾ ਹੈ। ਕੱਲ ਸਾਰੇ ਜਾਟ 2500 ਲੀਟਰ ਦੁੱਧ ਲੈ ਕੇ ਆਏ ਹੈ, ਕੇਲੇ ਲੈ ਕੇ ਆਏ ਹੈ, ਇਹ ਸਾਰੇ ਖਾਲਿਸਤਾਨੀ ਹੋ ਗਏ ਫਿਰ, ਤੇ ਹਿੰਦੁਸਤਾਨ ਕਿੱਥੇ ਗਿਆ? नहीं ਜਿਹੜੇ बीजेपी शायद वो अपने आप हिंदुस्तान समझते हैं कि जो बीजेपी सपोर्ट करता सिर्फ वही हिंदुस्तानी ने। इदां किदां हो जाएगा भाजी, कदी जमाना आंदा है कि कदी बीजेपी ਨੂੰ ਵੀ ਵੋਟ ਪਾਉਂਦਾ ਚੰਗੇ ਕੰਮ ਤੇ, ਕਦੀ ਕਾਂਗਰਸ ਨੂੰ ਵੀ ਪਾਉਂਦਾ ਤੇ ਕਦੀ ਦੂਸਰੀ ਪਾਰਟੀਆਂ ਨੂੰ ਵੀ ਪਾਉਂਦਾ। ਇੱਥੇ ਬੰਦਾ ਹਰ ਕੋਈ ਕਿਸੇ ਨਾ ਕਿਸੇ ਨੂੰ ਤਾਂ ਵੋਟ ਪਾਉਂਦਾ ਹੋਏਗਾ। ਹੁਣ ਉਹ ਜੇ ਸਮਝਣ ਅੰਧ ਭਗਤ ਸਮਝਣ ਕਿ ਉਹੀ ਨੇ, ਤੇ ਉਹ ਆਪਣੀ ਐਸੀ ਤੈਸੀ ਹੋ ਗਈ ਉਹਨਾਂ ਦੀ, ਕਿਉਂਕਿ ਦਿਮਾਗ ਹੀ ਮੰਦਬੁੱਧੀ ਹੋ ਗਿਆ। ਹੁਣ ਮੋਦੀ ਉਹਨਾਂ ਨੂੰ ਕਹੇਗਾ ਕਿ ਮੈਂ ਹੀ ਠੀਕ ਹੈ ਤੇ ਉਹਨਾਂ ਨੇ ਇਹੀ ਮੰਨਣਾ। ਇੱਥੇ ਸਾਰੇ ਪਾਗਲ ਬੈਠੇ, ਜਦੋਂ ਪੂਰੀ ਸਟੇਟਾਂ ਦੇ ਕਿਸਾਨ, ਪੂਰੇ ਇੰਡੀਆ ਦੇ ਕਿਸਾਨ ਜਦੋਂ ਕਹਿ ਰਹੇ ਨੇ ਕਿ ਇਹ ਰੂਲ ਸਾਡੇ ਵਾਸਤੇ ਫਾਇਦੇਲਾਇਕ ਨਹੀਂ ਹੈਗਾ, ਤੇ ਮੋਦੀ ਕਿਸਾਨੀ ਕਰਦਾ ਆ ਰਿਹਾ ਜਿਹੜਾ ਉਹ ਹਟੇਗਾ ਨਹੀਂ। ਉਹਨੂੰ ਸਮਝਣਾ ਚਾਹੀਦਾ ਗੱਲ ਨੂੰ। ਭਾਈ ਤੁਸੀਂ ਆਏ ਹੋ, ਤੁਸੀਂ ਦਿੱਲੀ ਤੋਂ ਆਏ ਹੋ, ਤੁਹਾਨੂੰ ਕੋਈ ਤਕਲੀਫ ਹੈਗੀ ਕਿਸਾਨਾਂ ਨਾਲ? ਜੇ ਤੁਸੀਂ ਇੱਥੇ ਆਏ ਹੋ, ਜੇ ਤੁਹਾਨੂੰ ਤਕਲੀਫ ਹੋ ਵੀ ਰਹੀ ਹੈ ਤੇ ਮੋਦੀ ਨੂੰ ਤਕਲੀਫ ਨਹੀਂ ਹੁੰਦੀ ਵੀ ਇਸ ਚੀਜ਼ ਨੂੰ ਲੈ ਕੇ ਕਿ ਬਿੱਲ ਵਾਪਸ ਲੈ ਲਾ? ਮੈਂ देखो मैं घर परिवार वाला बंदा है, पंजाब साडे रिश्तेदार हैगे ने, वो मोदी छड़ा बंदा, उन्होंने की प्रॉब्लम? देश का प्रधानमंत्री मिल रहा सब कुछ, किसाना जाके बैठे उन्हों का दुख दर्द समझे ਤਾਂ पता लगे उन्होंने ਵੀ ਤੁਸੀਂ ਹੁਣ ਜਿਵੇਂ ਲਿਖਿਆ ਆਇਆ ਮੈਂ ਫਰੋਮ ਦਿੱਲੀ ਐਂਡ ਆਈ from Delhi and I support my ਫਾਰਮਰ, ਤੁਸੀਂ ਸਪੋਰਟ ਕਰ ਰਹੇ ਹੋ, ਬਾਕੀ ਹੋਰ ਵੀ ਹਿੰਦੁਸਤਾਨ ਦੇ ਅਲੱਗ-ਅਲੱਗ ਜਗ੍ਹਾ ਤੇ ਸਪੋਰਟ ਹੋ ਰਹੀ ਹੈ। ਹੁਣ ਕਦੇ ਕਹਿ ਦਿੰਦੇ ਨੇ ਕਿ ਪੰਜਾਬ ਦੇ ਕਿਸਾਨ ਨੇ, ਹਰਿਆਣਾ ਨਹੀਂ ਹੈਗਾ ਇਹਦੇ ਨਾਲ, ਦੂਸਰੇ ਪਾਸੇ ਮੋਦੀ, ਇਹ ਵੀ ਮੋਦੀ ਤਾਂ ਹਲੇ ਸਾਹਮਣੇ ਆਏ ਨਹੀਂ, ਬੈਠਕਾਂ ਵੀ ਹੁੰਦੀਆਂ ਲਗਾਤਾਰ 2 ਜਾਰੀ ਆ, ਪਰ ਸ਼ਾਇਦ ਲੱਗਦਾ ਕਿ ਇੱਥੇ ਕਿਸਾਨਾਂ ਨੇ ਕਮਾਨ ਸੰਭਾਲੀ ਤੇ ਦੂਸਰੇ ਪਾਸੇ ਗੋਦੀ ਮੀਡੀਆ ਇਸ ਉੱਪਰ ਅਟੈਕ ਕਰ ਰਿਹਾ ਕਿ ਕਿਸਾਨਾਂ ਦਾ ਧਰਨਾ ਖਤਮ ਹੋ ਜਾਵੇ। देखो मीडिया ਇਹਨਾਂ ਕੋਲ ਇੱਕ ਹਥਿਆਰ ਹੈ, ਜੇ ਇਹਨਾਂ ਕੋਲ ਕੁਝ ਹੈ ਨਹੀਂ ਕਹਿਣ ਨੂੰ ਤੇ ਮੀਡੀਆ ਨੂੰ ਅੱਗੇ ਕਰ ਦਿੰਦੇ ਆ ਕਿ ਤੁਸੀਂ ਸਾਂਭੋ ਕੀ ਕਰਨਾ ਹੈ। ਇਹਨਾਂ ਕੋਲ ਕੋਈ ਉਹ ਨਹੀਂ ਹੈ ਕਿ ਕਿਸਾਨਾਂ ਕੋਲ ਆ ਕੇ ਗੱਲ ਕਰਨ ਨਾ ਕੀ ਕਰਨਾ ਹੈ। ਆਪਣੀ ਮੀਡੀਆ ਨੂੰ ਕਿਉਂ ਅੱਗੇ ਕਰਦੇ ਨੇ? ਮੀਡੀਆ ਨੂੰ ਕਹੋ ਸੱਚਾਈ ਦਿਖਾਏ, ਕਿਉਂ ਝੂਠ ਦਿਖਾਉਂਦੇ ਆ? ਆਗੇ ਇੱਥੇ ਸੱਚਾਈ ਦਿਖਾਓ ਕਿਹੜਾ ਆਤੰਕਵਾਦੀ ਹੈ ਇੱਥੇ। ਤੁਸੀਂ ਕਿਸਾਨਾਂ ਨੂੰ ਆਤੰਕਵਾਦੀ ਬੋਲਦੇ ਹੋ, ਕਿੱਥੇ ਆਤੰਕਵਾਦੀ ਹੈ? ਇਹ ਤੁਹਾਨੂੰ ਆਤੰਕਵਾਦੀ ਲੱਗ ਰਹੇ ਨੇ? ਦੱਸੋ ਕਿਹੜਾ ਆਤੰਕਵਾਦੀ ਹੈ ਇੱਥੇ? ਹੁਣ ਜਿਵੇਂ ਕੱਲ੍ਹ ਵੀ ਗੁਜਰਾਤ ਦੇ ਕਿਸਾਨ ਆਏ ਸੀ, ਗੁਜਰਾਤ ਦੇ ਕਿਸਾਨਾਂ ਨੇ ਸਵਾਲ ਕੀਤਾ ਕਿ ਇੱਥੇ ਜੋ ਵੀ ਆਉਂਦਾ ਉਹਨੂੰ ਅਲੱਗ ਹੀ ਰੰਗ ਦਿੱਤਾ ਜਾਂਦਾ ਮੀਡੀਆ ਵੱਲੋਂ, ਜੋ ਗੋਦੀ ਮੀਡੀਆ ਉਹ ਵੀ ਕਹਿਣ ਲੱਗੇ ਨੇ। ਗੁਜਰਾਤ ਦੇ ਕਿਸਾਨਾਂ ਨੇ ਵੀ ਗੱਲ ਕਹੀ ਹੈ ਜੇ ਇੱਥੇ ਕਿਸਾਨ ਖਾਲਿਸਤਾਨੀ ਫਿਰ ਗੁਜਰਾਤ ਤੋਂ ਉਹ ਵੀ ਖਾਲਿਸਤਾਨੀ ਨੇ, ਪਹਿਲਾਂ ਅਸੀਂ ਗੋਲੀ ਖਾਵਾਂਗੇ, ਸਾਨੂੰ ਅੱਗੇ ਭੇਜੋ। ਫਿਰ ਲੱਗਦਾ ਗੁਜਰਾਤ ਦੇ ਕਿਸਾਨ ਵੀ ਕਹਿਣ ਲੱਗ ਪਏ ਵੀ ਜਿੱਦਾਂ ਹੁਣ ਗੁਜਰਾਤ ਵਾਲੇ ਖਾਲਿਸਤਾਨੀ ਹੋ ਗਏ, ਹੁਣ ਤਾਂ ਅਸੀਂ ਦਿੱਲੀ ਰਹਿ ਰਹੇ ਹਾਂ, ਅਸੀਂ ਵੀ ਖਾਲਿਸਤਾਨੀ ਹੋ ਗਏ। ਹੁਣ ਜੇ ਗੋਲੀ ਉਹ ਪਹਿਲਾਂ ਖਾਣਗੇ ਤੇ ਅਸੀਂ ਤਾਂ ਨਾਲ ਵਾਲੇ ਆ, ਪਹਿਲਾਂ ਗੋਲੀ ਹੁਣ ਅਸੀਂ ਖਾਵਾਂਗੇ। ਇਹਦਾ ਮਤਲਬ ਜਿਹੜਾ ਬੀਜੇਪੀ ਵਾਲਾ ਨਹੀਂ ਉਹ ਸਾਰੇ ਖਾਲਿਸਤਾਨੀ ਕੋਸ਼ਿਸ਼ ਕਰਤੇ। ਚਲੋ ਇਹ ਬੜੀ ਚੰਗੀ ਗੱਲ ਹੈ, ਲਿਮਿਟਿਡ ਨੇ ਬੀਜੇਪੀ ਵਾਲੇ ਨਾ, ਧੀਰੇ ਧੀਰੇ ਇਹਨਾਂ ਦੀ ਮੱਤ ਵੱਜ ਗਈ ਹੈ ਤੇ ਹੁਣ ਇਕੱਠਾ ਹੋ ਜਾਏਗਾ ਭਾਰਤ, ਪੂਰਾ ਇੰਡੀਆ ਇਕੱਠਾ ਹੋ ਜਾਏਗਾ ਤੇ ਖਾਲਸਾ ਜੀ ਕੇ ਬੋਲ ਵਾਲੇ ਹੋਣਗੇ। ਫਿਰ ਸਿੱਧੀ ਜੀ ਗੱਲ ਹੈ ਭਾਈ। ਖੋਦ ਹੈ ਕਿ ਜੇ ਸਰਕਾਰ ਪਹਿਲਾਂ ਵੀ ਮੋਦੀ ਸਰਕਾਰ ਬਿੱਲ ਲੈ ਕੇ ਆਈ ਹੈ, ਉਹਨਾਂ ਨੇ ਵਾਪਸ ਨਹੀਂ ਲਏ, ਤਾਂ ਲੱਗਦਾ ਕਿ ਉਹਨਾਂ ਦਾ ਹੰਕਾਰ ਹੈ ਕਿ ਜੇ ਵਾਪਸ ਲੈਂਦੇ ਨੇ ਕਿਸਾਨਾਂ ਦਾ ਬਿੱਲ, ਉਹਨਾਂ ਨੂੰ ਲੱਗਦਾ ਕਿ ਝੁਕਣਾ ਪੈਣਾ। ਦੇਖੋ ਉਹਨੂੰ ਚੁੱਕਣਾ ਪਏਗਾ, ਕਿਉਂਕਿ ਪੰਜਾਬ ਤੇ ਹਰਿਆਣਾ ਇਹ ਜਿਹੜੀ ਹੈਗੀ ਹੈ ਦਿੱਲੀ ਦੀ ਜੜ ਹੈ, ਤੇ ਜੈ ਜਵਾਨ ਤੇ ਜੈ ਕਿਸਾਨ। ਜਿੰਨੇ ਕਿਸਾਨ ਨੇ ਪੰਜਾਬ ਦੇ ਤੇ ਜਿੰਨੇ ਹਰਿਆਣਾ ਦੇ, ਹਰਿਆਣਾ ਹੋਰ ਪੰਜਾਬ ਤੋਂ ਹਰ ਇੱਕ ਘਰ 'ਚ ਤੁਹਾਨੂੰ ਵੀ ਪਤਾ ਹੈ ਕਿ ਬਾਰਡਰ ਤੇ ਬੰਦਾ ਲੜ ਰਿਹਾ ਜੰਗ, ਉਹਨਾਂ ਦੇ ਹਰ ਇੱਕ ਘਰ ਦਾ ਬੱਚਾ ਹੈਗਾ, ਤੇ ਬਾਰਡਰ ਦੇ ਵਿੱਚ ਜਵਾਨ ਵੀ ਸਾਡੇ
ਤੇ ਇੱਥੇ ਕਿਸਾਨ ਵੀ ਸਾਡੇ, ਤੇ ਇਹਨਾਂ ਨੂੰ ਮੰਨਣਾ ਕਿਉਂ ਨਹੀਂ ਪਏਗਾ? ਮੰਨਣਾ ਤਾਂ ਪਏਗਾ। ਇੱਥੇ 2% ਵਾਲੇ ਜਿਹੜੇ ਨੇ ਇਹਨਾਂ ਦੀ 80% ਸ਼ਹਾਦਤਾਂ ਨੇ ਇੰਡੀਆ ਵਾਸਤੇ, ਤੇ ਇਹ ਸੋਚ ਰਹੇ ਜੇ ਸਾਨੂੰ ਪਿੱਛੇ ਕਰ ਲੈਣਗੇ ਤੇ ਹੁਣ ਉਹਨੂੰ ਨੱਕ ਦੀ ਤਾਂ ਖਾਣੀ ਪਏਗੀ ਭਾਜੀ। ਕੋਈ ਨਾ ਕੋਈ ਤਾਂ ਆਂਦਾ ਹੈ ਨਾ ਜਿਹੜਾ ਬੰਦੇ ਨੂੰ ਉਹਦੀ ਔਕਾਤ ਦੱਸ ਕੇ ਜਾਂਦਾ ਹੈ, ਤੇ ਪੰਜਾਬੀ ਦੱਸਣਗੇ। ਤੁਸੀਂ 2% ਦੀ ਗੱਲ ਕੀਤੀ ਹੈ, ਇਤਿਹਾਸ ਬੜਾ ਵੱਡਾ ਆਪਣਾ, ਬੜਾ ਅਨੋਖਾ ਇਤਿਹਾਸ ਹੈ, ਸ਼ਾਇਦ ਹੀ ਦੁਨੀਆ ਦੇ ਇਤਿਹਾਸ ਕੀਤੇ ਹੋਵੇ। ਇਹ ਇਤਿਹਾਸ ਕਿਤੇ ਆਰਐਸਐਸ ਤੇ ਬੀਜੇਪੀ ਨੇ ਪੜ੍ਹਿਆ? ਜੇ ਸ਼ਾਇਦ ਇਤਿਹਾਸ ਹੀ ਪੜ੍ਹ ਲੈਂਦੇ ਸਿੱਖਾਂ ਦਾ। ਤੇ ਬਿਲਕੁਲ ਜੇ ਇਹ ਕਰ ਲੈਂਦੇ ਤੇ ਇਹਨਾਂ ਨੂੰ ਪਤਾ ਲੱਗਦਾ ਕਿ ਗੁਰਦੁਆਰਾ ਸੀਸਗੰਜ ਸਾਹਿਬ ਕਿਉਂ ਬਣਿਆ, ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਕਿਉਂ ਕਿਹਾ ਜਾਂਦਾ ਹੈ। ਤੇ ਇੱਥੇ ਇਤਿਹਾਸ ਦੀ ਜੇ ਗੱਲ ਕਰਨ, ਸਾਡੇ ਜੇ ਤਾਂ ਫਾੜ ਪਾ ਹੀ ਨਹੀਂ ਸਕਦੇ। ਸਾਈਂ ਮੀਆਂ ਮੀਰ ਜੀ ਨੇ ਤਾਂ ਹਰਮੰਦਰ ਸਾਹਿਬ ਦਾ ਪੱਥਰ ਰੱਖਿਆ ਹੈ, ਤੇ ਇੱਥੇ ਤਾਂ ਮਾਨਵਤਾ ਦੇ ਭਲੇ ਦੀ ਗੱਲ ਕੀਤੀ ਜਾਂਦੀ ਹੈ। ਇੱਥੇ ਸਾਨੂੰ ਨਹੀਂ ਤੋੜ ਸਕਦੇ। ਜਿਹੜੇ ਬੰਦੇ ਨੇ ਨਾ ਕੱਟਰ, ਉਹਨਾਂ ਦੀ ਸੋਚ ਕੱਟਰ ਹੀ ਰਹਿੰਦੀ ਹੈ, ਤੇ ਉਹ ਗਟਰ ਵਰਗੀ ਰਹਿੰਦੀ ਹੈ। ਪਾਸਿਫ ਤੁਸੀਂ ਵੀ ਆਏ ਹੋ, ਤੁਸੀਂ ਵੀ ਕਿਸਾਨ ਲੱਗਦੇ ਹੋ, ਤੁਸੀਂ ਪੈਂਟ ਸ਼ਰਟ ਪਾ ਕੇ ਆ ਗਏ ਹੋ। ਇਹ ਹੁਣ ਕਹਿੰਦੇ ਨੇ, ਬਿਆਨ ਆਦੇ ਨੇ ਲਗਾਤਾਰ ਕਿ ਕਿਸਾਨ ਤਾਂ ਹਮੇਸ਼ਾ ਧੋਤੀ ਕੁੜਤੇ 'ਚ ਹੁੰਦਾ ਹੈ। ਤੁਹਾਨੂੰ ਲੱਗਦਾ ਕਿ ਕਿਸਾਨ ਹਮੇਸ਼ਾ ਧੋਤੀ ਕੁੜਤੇ 'ਚ ਹੁੰਦਾ है? नहीं जी, बिल्कुल नहीं होता। किसान कुछ भी पहन सकता है। किसान अपने पैसे से पहन रहा है, अपनी मेहनत से पहन रहा है। मैं दिल्ली से आया हूँ, मैं राजस्थान का किसान हूँ, मैं दिल्ली से यहाँ पर आया हुआ हूँ, मैं दिल्ली में रहता हूँ। तो क्या जो भी मीडिया दिखा रही है कि किसान पहन सकते, नहीं पहन, क्या किसान जीन्स नहीं पहन सकता? क्या जीन्स, क्या धोती कुर्ता पे किसी का राइट है या किसी जीन्स पे किसी का राइट है? किसान नहीं। बीजेपी वाली तो ले लेगी राइट, धोती कुर्ता भी किसान का ही है अब। नहीं जी नहीं, वो बीजेपी देखना चाहती है जो किसान फटी धोती में हो, जो आत्महत्या कर रहा है, जो मर रहा है, उसे वो किसान दिखता है खाली। किसान बहुत होते हैं, देखिए हर तबके में छोटा वर्ग भी होता है, बड़ा वर्ग भी होता है। तो किसान बड़े वर्ग में भी होते हैं। और एक बात बता दें, आप कितनी धोती कुर्ते पहन लो, कितनी जीन्सें पहन लो, कितने महंगे कपड़े पहन लो, किसान अगर रोटी नहीं कमाएगा ना, देगा नहीं आप कमा के, तो भूखे मरोगे। ये पैंटें नीचे खिसक जाएंगी सबों की, और मरते हुए गिरेंगे सारे के सारे। ਭਾਈ ਕੰਗਨਾ ਨੇ ਉਹਨੇ ਟਵੀਟ ਕੀਤਾ, ਜੇਸੀ ਦਾ ਟਵੀਟ ਰੀਡ ਹੋ ਗਿਆ ਹੁਣ, ਬਾਅਦ ਚ ਬੜਾ ਤਗੜਾ ਵਿਰੋਧ ਹੋਇਆ। ਉਸ ਤੋਂ ਬਾਅਦ ਪੰਜਾਬੀ ਟਵਿੱਟਰ ਤੇ ਵੀ ਚਲੇ ਗਏ ਨੇ ਵੀ ਅਸੀਂ ਹੁਣ ਜਵਾਬ ਦਾਂਗੇ। ਟਵਿੱਟਰ ਦੇ ਅੰਦਰ ਭਗਤ ਵੀ ਲਿਖਦੇ ਪਏ ਨੇ, ਟ੍ਰੈਂਡ ਹੋ ਰਿਹਾ ਹੁਣ। ਇਹ ਸਿੱਖ ਦੀ ਸ਼ਬਦ ਵਰਤਨੇ ਜਿਹੜੇ ਵਰਤਿਆ ਉਹਨਾਂ ਨੇ, ਕੰਗਨਾ ਰਣਾਵਤ ਨੇ ਸ਼ਬਦ ਵਰਤੇ ਨੇ। ਤੁਹਾਨੂੰ ਕੀ ਲੱਗਦਾ ਹੈ ਕਿ ਮਾਨਸਿਕਤਾ ਦੀ ਕਹਿ ਦੀ ਕਿਹੜੇ ਪਾਸੇ ਜਾ ਰਹੀ ਹੈ? ਉਹਨਾਂ ਦੀ ਸੋਚ ਕੀ ਹੈ ਕਿ ਵਾਕਈ ਬੀਜੇਪੀ ਦੀ ਆਈਟੀ ਸੈੱਲ ਦਾ ਕੰਮ ਕਰ ਰਹੀ ਕੰਗਨਾ ਰਣਾਵਤ? ਦੇਖੋ, ਬੀਜੇਪੀ ਦੀ ਗੱਲ ਤਾਂ ਕਰਾਂਗੇ, ਬਾਕੀ ਤੁਹਾਨੂੰ ਪਤਾ ਹੀ ਹੈ ਕਿ ਮੁੰਬਈ 'ਚ ਡਰੱਗਸ ਦੇ ਕਿੰਨੇ ਕੇਸ ਚੱਲ ਰਹੇ, ਤੇ ਉਹਦਾ ਦਿਮਾਗ ਹੋ ਗਿਆ ਖਰਾਬ। ਜਿਹੜੀ ਸਾਡੀ ਬੀਬੀ ਨੂੰ ਕਹਿ ਰਹੀ 13 ਏਕੜ ਦੀ ਉਹਦੀ ਜ਼ਮੀਨ ਆ ਹੈ, ਤੇ ਕਿੱਲੇ ਕਿੰਨੇ ਹੁੰਦੇ ਉਹਦੇ ਵਿੱਚ, ਤੇ ਉਹਦੇ ਕਿੰਨੀ ਕਰੋੜਾਂ ਦੀ ਪ੍ਰਾਪਰਟੀ, ਜਿਹਨੂੰ ਤੂੰ ਕਹਿ ਰਹੀ 100 ਰੁਪਏ ਲੈ ਕੇ ਤੂੰ ਇੱਥੇ ਬੈਠੀ ਹੈ। ਤੇ ਪੰਜਾਬੀਆਂ ਦੇ ਦਿਲ ਤਾਂ ਤੁਸੀਂ ਜਾਣਦੇ ਹੋ ਨਾ ਕਿ ਲੋਕਡਾਊਨ ਦੇ ਵਿੱਚ ਲੱਖਾਂ ਬੰਦਿਆਂ ਨੂੰ ਲੋਕਡਾਊਨ ਉਸੇ ਬੀਬੀ ਨੇ ਕਹਿਤਾ ਕਿ ਮੇਰੇ ਖੇਤਾਂ 'ਚ ਕੰਮ ਕਰੇ, ਮੈਂ 700 ਰੁਪਏ ਦਊਂਗੀ ਦਿਹਾੜੀ, ਤੇ 700 ਰੁਪਏ ਦਿਹਾੜੀ ਬੀਬੀ ਦੇ ਰਹੀ ਹੈ। ਤੇ ਫਿਰ ਇਹਦਾ ਮਤਲਬ ਉਹਦੀ ਸੋਚ 100 ਰੁਪਏ ਵਾਲੀ ਆ। ਤੇ ਹੁਣ ਤੁਸੀਂ ਕੰਪੈਰੀਜ਼ਨ ਕਰ ਲਓ ਆਪਣੀ 80 ਸਾਲ ਦੀ ਬਜ਼ੁਰਗ ਨਾਲ ਤੇ ਇੰਨੇ ਕਰੋੜਾਂ ਵਾਲੀ ਐਕਟਰ ਦੇ ਨਾਲ, ਜਿਹੜੀ ਕਮਾਉਂਦੀ ਹੈ ਤਾਂ ਵੀ 100 ਰੁਪਏ ਦੇ ਰਹੀ। ਦਿਲ ਵੀ ਛੋਟਾ ਹੈ ਉਹਦਾ, ਦੇਖ ਲਓ ਤੁਹਾਡੇ ਸਾਹਮਣੇ ਇਹੋ ਜਿਹੀ ਇਹਨਾਂ ਦੀ ਸੋਚ ਹੈ। ਤੇ ਜਿਹੜੀ ਸਾਡੀ ਬੀਬੀ ਨੂੰ ਕਹਿ ਰਹੀ ਹੈ, ਤੇ ਸਾਨੂੰ ਕੋਈ ਹੋਵੇ ਨਾ ਪੰਜਾਬ ਦੇ ਵਿੱਚ, ਮੈਂ ਕਹੂੰਗਾ ਉਹਨੂੰ ਆ ਕੇ ਦੇਖ, ਤੂੰ ਹਿਮਾਚਲ ਦੀ ਰਹਿਣ ਵਾਲੀ, ਤੇਰਾ ਦਾਦਾ ਚਾਚਾ ਹੋਊਗਾ CM। ਤੇ ਲੇਕਿਨ ਜਦੋਂ ਪੰਜਾਬ ਆਉਂਦੇ ਹੈ ਨਾ, ਤੇ ਪੰਜਾਬ ਦੇ ਵਿੱਚ ਪੈਸਾ ਖਰਚਣ ਦੀ ਲੋੜ ਨਹੀਂ, ਕਿਸੇ ਘਰ ਵਿੱਚ ਬਹਿ ਕੇ ਚੱਲ ਜਾ, ਖਾਣਾ ਮੰਗ ਲਾ, ਤੈਨੂੰ ਖਾਣਾ ਮਿਲੂਗਾ। ਲੋਕਡਾਊਨ ਦੇ ਵਿੱਚ ਵੇਖ ਲਓ ਬੀਬੀਆਂ ਨੇ ਜਿਹੜੇ ਲੰਗਰ ਪਕਾਏ ਨੇ ਸਾਡੇ ਇੱਥੇ, ਤਾਂ ਗਰੀਬਾਂ ਨੂੰ ਗੁਰੂ ਕੀ ਗੋਲਕ ਕਹਿੰਦੇ ਨੇ। ਤੇ ਇਹ ਗਲਤ ਸ਼ਬਦਾਵਲੀ ਵਰਤ ਗਈ ਹੈ, ਇਹਨੂੰ ਕਰਨਾ ਨਹੀਂ ਚਾਹੀਦਾ। ਇੱਦਾਂ ਮੰਦਭਾਗੀ, ਪਾਗਲ ਹੋ ਗਈ ਹੈ। ਭਾਈ ਤੁਸੀਂ ਜਿਵੇਂ ਦਿੱਲੀ ਤੋਂ ਇੱਥੇ ਆਏ ਹੋ, ਲਗਾਤਾਰ ਇੱਕ ਚੀਜ਼ ਹਮੇਸ਼ਾ ਹੀ ਜਦੋਂ ਵੀ ਪੰਜਾਬ ਦਾ ਧਰਨਾ ਦਿੰਦਾ, ਪੰਜਾਬੀ ਕਹਿੰਦੇ ਨੇ ਕਿ ਸਾਡਾ ਹੱਕ ਜਿਹੜਾ ਹੈ ਉਹ ਦਿੱਲੀ ਨੇ ਖੋਹ ਲਿਆ, ਜਾਂ ਜਿਹੜਾ ਪੰਜਾਬ ਦਾ ਵੀ ਕਦੇ ਹਿੱਸਾ ਹੁੰਦਾ ਸੀ ਦਿੱਲੀ। ਬੜਾ ਲੰਮਾ ਇਤਿਹਾਸ ਹੈਗਾ, ਤੁਹਾਨੂੰ ਹੀ ਪਤਾ ਹੁੰਦਾ। ਇਹ ਉਹੀ ਤਖਤ ਹੈ ਜਦੋਂ ਬਾਬਾ ਬਘੇਲ ਸਿੰਘ ਨੇ ਪੁੱਟ ਕੇ ਬਾਹਰ ਸੁੱਟਤਾ ਸੀ। ਇਹ ਤਖਤ ਅੱਜ ਵੀ ਅੰਮ੍ਰਿਤਸਰ ਦੇ ਵਿੱਚ ਪਿਆ। ਕਿ ਤੁਹਾਨੂੰ ਲੱਗਦਾ ਕਿ ਹੁਣ ਵੀ ਹੰਕਾਰੀ ਹੋਈ ਸਰਕਾਰ ਹੈਗੀ ਆ, ਵੀ ਇਹ ਸਰਕਾਰ ਨੂੰ ਜਾਣ ਲੈਣਾ ਚਾਹੀਦਾ ਸੀ? ਇਹ ਪੰਜਾਬ ਵੱਧ ਕੇ ਆ ਰਿਹਾ, ਪਿੱਛੇ ਨਹੀਂ ਹਟੇ। ਇਹ ਪੁਰਾਣਾ ਇਤਿਹਾਸ ਹੈ ਸਾਡਾ। ਮੈਂ ਇਹ ਸਪੈਸ਼ਲ ਨਾ ਇਹ ਇਸ ਕਰਕੇ ਲੈ ਕੇ ਆਇਆ ਕਿ ਆਪਾਂ ਦਿੱਲੀ ਤੋਂ ਹੈਗੇ ਆ, ਤੇ ਦਿੱਲੀ ਵਾਲਿਆਂ ਨੂੰ ਤੁਸੀਂ ਇੰਨੀ ਲਾਂਤਾ ਨਾ ਪਾਓ ਕਿ ਦਿੱਲੀ ਦੀ ਸਰਕਾਰ ਹੈਗੀ ਉੱਥੇ, ਪਰ ਦਿੱਲੀ ਦੇ ਲੋਕ ਤੁਹਾਡੇ ਹੀ ਲੋਕ ਨੇ। ਨਹੀਂ, ਦਿੱਲੀ ਦੇ ਲੋਕਾਂ ਨੂੰ ਕੁਝ ਨਹੀਂ ਕਹਿ ਰਹੇ, ਜੋ ਵੀ ਕਹਿ ਰਹੇ ਦਿੱਲੀ ਦੀ ਸਰਕਾਰਾਂ ਦੀ ਗੱਲ ਹੁੰਦੀ ਵੀ ਹੈ। ਲੋਕ ਬਿਲਕੁਲ ਆਪ ਮੁਹਾਰੇ ਚੱਲ ਕੇ, ਦਿੱਲੀ ਦੇ ਲੋਕਾਂ ਨੇ ਲੰਗਰ 'ਚ ਵੀ ਪਾਇਆ ਯੋਗਦਾਨ, ਦਿੱਲੀ ਦੇ ਲੋਕ ਹੁਣ ਵੀ ਚੱਲ ਕੇ ਆ ਰਹੇ ਨੇ। ਉਹ ਕਹਿ ਰਹੇ ਨੇ ਕਿਸੇ ਵੀ ਚੀਜ਼ ਦੀ ਲੋੜ ਹੈ ਸਾਨੂੰ, ਜੋ ਦਿੱਲੀ ਦੇ ਲੋਕਾਂ ਦੀ ਨਹੀਂ, ਸਿਰਫ ਦਿੱਲੀ ਦੀ ਸਰਕਾਰ ਦੀ ਗੱਲ ਹੋ ਰਹੀ ਹੈ। ਦਿੱਲੀ ਦੀ ਸਰਕਾਰ ਨੇ ਤਾਂ ਹੁਣ ਇੱਥੇ ਆ ਕੇ ਗੱਲ ਕਰਨੀ ਚਾਹੀਦੀ ਹੈ, ਇਹਨਾਂ ਨਾਲ ਨਿਬੇੜਨਾ ਚਾਹੀਦਾ ਹੈ। ਜਿੰਨੇ ਜਲਦ ਜਾਓਗੇ, ਇੱਕ ਮਿੰਟ ਇੱਦਾਂ ਹੈ ਕਿ ਇਹਨਾਂ ਦੀ ਰਾਜਨੀਤੀ ਤਾਂ ਸਾਰੀ ਸਰਕਾਰਾਂ ਦੀ ਮਿਲ ਕੇ, ਭਾਵੇਂ ਉਹ ਬੀਜੇਪੀ ਵੀ ਹੋਵੇ, ਭਾਵੇਂ ਹੋਰ ਕੋਈ ਦਿੱਲੀ ਦੀ ਸਰਕਾਰ ਹੋਵੇ, ਤੁਸੀਂ ਚਾਹੁੰਦੇ ਹੀ ਕਿਸਾਨ ਆ ਕੇ ਸਾਈਡ ਤੇ ਬਰਾੜੀ 'ਚ ਬੈਠ ਜਾਣ ਗਰਾਊਂਡ 'ਚ, ਤੇ ਤੁਹਾਡਾ ਮਸਲਾ ਹੱਲ ਹੋ ਜੇ। ਇੱਥੇ ਕਿਸਾਨ ਪੜ੍ਹੇ ਲਿਖੇ ਨੇ ਤੇ ਬੜੇ ਦਿਮਾਗ ਵਾਲੇ ਨੇ। ਕੱਲ ਇਹਨਾਂ ਦੇ ਗਲਤ ਜਿਹੜੇ ਬੰਦੇ ਸੀਗੇ ਵਿੱਚ ਉਹ ਵੀ ਫੜ ਲਏ, ਤੇ ਇੱਥੇ ਤਾਂ ਟੀਮਾਂ ਬਣੀਆਂ ਪਈਆਂ ਕਿਸਾਨਾਂ ਦੀ। ਕਿਸਾਨ ਬੜੀ ਅੱਗੇ ਦੀ ਸੋਚ ਕੇ ਚੱਲ ਰਹੇ ਨੇ। ਜੇ ਇੱਥੇ 3 ਟ੍ਰਾਈਬ ਬੈਰੀਕੇਟਿੰਗ ਸਿਕਿਉਰਿਟੀ ਤੋੜ ਕੇ ਆਪਾਂ ਆ ਸਕਦੇ ਹਾਂ, ਤੇ ਫਿਰ ਤੁਸੀਂ ਦੇਖ ਲਓ ਦਿੱਲੀ ਆਉਣ 'ਚ ਟਾਈਮ ਥੋੜੀ ਲੱਗਣਾ ਕਿਸੇ ਨੂੰ। ਤੁਸੀਂ ਉਹਨਾਂ ਦੇ ਆਏ ਹੋ, ਤੁਸੀਂ ਦੋ ਸ਼ਬਦ ਕਿਸਾਨਾਂ ਵਾਸਤੇ ਕੀ ਕਹਿਣਾ ਚਾਹੁੰਦੇ ਹੋ? ਕਿਉਂਕਿ ਕਿਸਾਨ ਇੱਥੇ ਬੈਠਾ, ਤੁਸੀਂ ਦੋ ਸ਼ਬਦ ਦਿੱਲੀ ਤੋਂ ਆਏ ਹੋ, ਦਿੱਲੀ ਵਾਸਤੇ ਕੀ ਸੰਦੇਸ਼ ਲੈ ਕੇ ਆਏ ਹੋ?
ਮੈਂ ਕਿਸਾਨਾਂ ਨੂੰ ਇਹ ਕਹਿ ਰਿਹਾ, ਤੁਸੀਂ ਆਇਓ, ਤੁਸੀਂ ਸਾਡੇ ਮਹਿਮਾਨ ਹੋ, ਅਸੀਂ ਤੁਹਾਡੀ ਸੇਵਾ ਲਈ ਹਾਜ਼ਰ ਹਾਂ। ਤੇ ਮੈਂ ਇੱਕ ਮੈਸੇਜ ਦਿੱਲੀ ਦੇ ਯੂਥ ਲਈ ਵੀ ਦੇਣਾ ਚਾਹੁੰਦਾ ਕਿ ਜਿੱਦਾਂ ਅਸੀਂ ਇੱਥੇ ਆਏ ਹਾਂ, ਤੁਸੀਂ ਵੀ ਸਾਰੇ ਇੱਥੇ ਆਓ। ਤੁਸੀਂ ਕਹਿੰਦੇ ਹੋ ਕਿ ਹਰ ਘਰ 'ਚ ਭਗਤ ਸਿੰਘ ਹੋਣਾ ਚਾਹੀਦਾ ਹੈ, ਭਗਤ ਸਿੰਘ ਹੋਣਾ ਨਹੀਂ ਚਾਹੀਦਾ, ਭਗਤ ਸਿੰਘ ਬਣਨਾ ਚਾਹੀਦਾ ਹੈ। ਸਾਨੂੰ ਬਣਨਾ ਪੈਣਾ ਭਗਤ ਸਿੰਘ। ਤੁਸੀਂ ਵੀ ਸਾਰੇ ਇੱਥੇ ਆਓ, ਇੱਥੇ ਆਪਣੀ ਡਿਊਟੀਆਂ ਨਿਭਾਓ, ਇੱਥੇ ਆਪਣੇ ਕਿਸਾਨ ਭਰਾਵਾਂ ਦੀ ਸਪੋਰਟ 'ਚ ਖੜੇ ਹੋ, ਉਹਨਾਂ ਦੀ ਸੇਵਾ ਕਰੋ, ਉਹਨਾਂ ਨੂੰ ਜੋ ਚਾਹੀਦਾ ਪੁੱਛੋ, ਉਹਨਾਂ ਨਾਲ ਕੰਧੇ ਤੋਂ ਕੰਧੇ ਮਿਲਾ ਕੇ ਖੜੇ ਰਹੋ। ਤੁਸੀਂ ਦੇਖਿਆ ਕਿ ਜਿਵੇਂ ਦਿੱਲੀ ਤੋਂ ਨੌਜਵਾਨ ਆਏ ਨੇ, ਇੱਕ ਸੰਦੇਸ਼ ਲੈ ਕੇ ਆਏ ਨੇ ਕਿ ਦਿੱਲੀ ਦੇ ਲੋਕ ਵੀ ਜਿਹੜੇ ਨੇ ਉਹ ਕਿਸਾਨਾਂ ਦੇ ਨਾਲ ਨੇ। ਕਿਸੇ ਵੀ ਚੀਜ਼ ਦੀ ਕੋਈ ਲੋੜ ਹੈ, ਦਿੱਲੀ ਦੇ ਲੋਕ ਇੱਥੇ ਆ ਰਹੇ ਨੇ ਤੇ ਲਗਾਤਾਰ ਹੀ ਕੰਗਨਾ ਰਣਾਵਤ ਦਾ ਵਿਰੋਧ ਵੱਧਦਾ ਜਾ ਰਿਹਾ। ਟਵੀਟ ਚਾਹੇ ਡਿਲੀਟ ਉਹਨੇ ਕਰਤਾ, ਪਰ ਹੱਲੇ ਵੀ ਉਹਨਾਂ ਦੇ ਕਿਤੇ ਨਾ ਕਿਤੇ ਟਵੀਟ ਨੂੰ ਲੈ ਕੇ ਜ਼ਿਕਰ ਹੋ ਹੀ ਜਾਂਦਾ, ਕਿਉਂਕਿ ਉਹ ਗੱਲ ਜੋ ਕਹੀ ਸੀ ਕੰਗਨਾ ਰਣਾਵਤ ਨੂੰ ਨਹੀਂ ਕਹਿਣੀ ਚਾਹੀਦੀ ਸੀ। ਬਹੁਤ ਹੀ ਜਿਹੜੀ ਭਾਸ਼ਾ ਸੀ ਉਹ ਖਰਾਬ ਵਰਤੀ ਕਿਸੇ ਟਵੀਟ ਉੱਤੇ। ਹੁਣ ਦੇਖਾਂਗੇ ਕਿ ਕਿਸਾਨ ਅੱਗੇ ਕਿਹੋ ਜਿਹੇ ਹੁਣ ਜਿਹੜਾ ਧਰਨਾ ਜਾਊਗਾ, ਕਿਉਂਕਿ ਲਗਾਤਾਰ ਗੱਲਬਾਤ ਕੇਂਦਰ ਸਰਕਾਰ ਨਾਲ ਚੱਲ ਰਹੀ ਹੈ। ਅੱਜ 7ਵਾਂ ਦਿਨ ਹੈਗਾ ਇੱਥੇ ਧਰਨੇ ਦੇ ਵਿੱਚ। ਤੁਸੀਂ ਸਾਡੇ ਪੇਜ ਨਾਲ ਲਗਾਤਾਰ ਜੁੜੇ ਰਹੋ, ਤੁਹਾਨੂੰ ਅਸੀਂ ਹਰੇਕ ਤਰ੍ਹਾਂ ਦੀ ਅਪਡੇਟ ਹੈ ਜੋ ਉਹ ਦੇਵਾਂਗੇ ਤੇ ਸੱਚੀ ਤੇ ਨਿਰਪੱਖ ਖਬਰ ਤੁਹਾਨੂੰ ਅਸੀਂ ਦਿਖਾਉਂਦੇ ਰਹਾਂਗੇ।